ਗੁੱਡ ਮਾਰਨਿੰਗ 9th ਕਲਾਸ। ਆਪਾਂ ਪਿਛਲੇ ਚੈਪਟਰ ਦੇ ਵਿੱਚ ਜਿਹੜਾ ਉਹ ਕਹਿੰਦੇ ਆ ਸੋਲਿਊਸ਼ਨ ਬਾਰੇ ਪੜ੍ਹਿਆ ਸੀਗਾ। ਠੀਕ ਆ, ਪਿਛਲੇ ਟੌਪਿਕ ਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਸੀ ਸੋਲਿਊਸ਼ਨ ਬਾਰੇ। ਇਸੇ ਚੈਪਟਰ ਦਾ ਸੈਕਿੰਡ ਚੈਪਟਰ ਕਰਵਾ ਰਹੀ ਹਾਂ ਅਗੇਨ। ਕਿਹੜਾ ਚੈਪਟਰ ਆ? ਇਜ਼ ਮੈਟਰ ਅਰਾਊਂਡ ਅਸ ਪਿਓਰ। ਸੋ ਉਸ ਦੇ ਵਿੱਚ ਆਪਾਂ ਪਹਿਲੇ ਟੌਪਿਕ ਦੇ ਵਿੱਚ ਮਤਲਬ ਜਿਹੜਾ ਸੀਗਾ ਉਹ ਦੇਖੋ ਚੈਪਟਰ ਦੇ ਵਿੱਚ ਜੇਕਰ ਤੈਨੂੰ ਦਿਖਾਵਾਂ ਤਾਂ ਆਪਾਂ ਵਾਟ ਇਜ਼ ਸੋਲਿਊਸ਼ਨ ਦੀਆਂ ਪ੍ਰੋਪਰਟੀਜ਼ ਇਹ ਸਾਰਾ ਲਾਸਟ ਚੈਪਟਰ ਟੌਪਿਕ ਦੇ ਵਿੱਚ ਕਰਵਾਇਆ ਸੀ। ਨੈਕਸਟ ਸਾਡੇ ਕੋਲ ਆ, ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਮਿਕਸਚਰਸ ਜਿਹੜੇ ਨੇ ਉਹ ਤਿੰਨ ਤਰ੍ਹਾਂ ਦੇ ਨੇ। ਕਿਹੜੇ ਸੋਲਿਊਸ਼ਨ ਮਤਲਬ ਹੋਮੋਜੀਨੀਅਸ ਐਂਡ ਹੈਟਰੋਜੀਨੀਅਸ। ਠੀਕ ਆ, ਸੋ ਹੋਮੋਜੀਨੀਅਸ ਦੇ ਵਿੱਚ ਆਪਾਂ ਸੋਲਿਊਸ਼ਨ ਕੀਤਾ ਐਂਡ ਦੈਨ ਆਪਾਂ ਹੈਟਰੋਜੀਨੀਅਸ ਦੇ ਵਿੱਚ ਕਿਹੜੇ ਮਿਕਸਚਰ ਬਾਰੇ ਪੜ੍ਹਨਾ? ਸਸਪੈਂਸ਼ਨ ਬਾਰੇ। ਰਾਜਨ ਸਸਪੈਂਸ਼ਨ ਕੀ ਆ? ਜੇਕਰ ਮੈਂ ਇੱਕ ਬੀਕਰ ਦੇ ਵਿੱਚ ਵਾਟਰ ਦੇ ਅੰਦਰ ਸੈਂਡ ਐਡ ਕਰਦਾ, ਇਹਨਾਂ ਨੂੰ ਰੇਤ ਕਹਿੰਦੇ ਆਪਾਂ, ਜਾਂ ਆਪਾਂ ਕੋਈ ਮਿੱਟੀ ਐਡ ਕਰ ਦਈਏ, ਠੀਕ ਆ, ਸੋਇਲ, ਠੀਕ ਆ, ਔਰ ਕੋਈ ਚੌਕ ਦਾ ਪਾਊਡਰ ਜਿਹੜਾ ਉਹ ਐਡ ਕਰ ਦਈਏ, ਇਹ ਸਾਰੇ ਜਿਹੜਾ ਵੀ ਮਿਕਸਚਰ ਬਣੇਗਾ ਨਾ ਇਹਨਾਂ ਨੂੰ ਆਪਾਂ ਕੀ ਬੋਲਾਂਗੇ? ਸਸਪੈਂਸ਼ਨ। ਕੀ ਬੋਲਾਂਗੇ? ਸਸਪੈਂਸ਼ਨ। ਮਤਲਬ ਕਿਉਂ ਇਹਨਾਂ ਨੂੰ ਆਪਾਂ ਸਸਪੈਂਸ਼ਨ ਬੋਲਦੇ ਹਾਂ? ਕਿਉਂਕਿ ਇਹਨਾਂ ਦੇ ਜਿਹੜੇ ਪਾਰਟੀਕਲਸ ਨੇ, ਚਾਹੇ ਉਹ ਸੈਂਡ ਦੇ ਨੇ, ਸੋਇਲ ਦੇ ਨੇ, ਜਾਂ ਚੌਕ ਪਾਊਡਰ ਦੇ, ਜਿੰਨੇ ਵੀ ਪਾਰਟੀਕਲਸ ਨੇ ਇਹ ਵਾਟਰ ਦੇ ਵਿੱਚ ਡਿਜ਼ੋਲਵ ਨਹੀਂ ਹੋਣਗੇ ਬਟ ਸਸਪੈਂਡ ਤੈਰਦੇ ਰਹਿਣਗੇ ਉੱਪਰ ਮਤਲਬ ਜਿਹੜਾ ਵਾ ਇਹਨਾਂ ਦੇ ਵਿੱਚ ਮਤਲਬ ਮਿਕਸ ਨਹੀਂ ਹੋਣਗੇ ਬਟ ਇਹਦੇ ਵਿੱਚ ਜਿਹੜੇ ਨੇ ਉਹ ਅਰਾਊਂਡ ਤੈਰਦੇ ਫਿਰਨਗੇ। ਇਸ ਕਰਕੇ ਇਹਨੂੰ ਆਪਾਂ ਕੀ ਬੋਲ ਦਿੰਦੇ ਹਾਂ? ਸਸਪੈਂਸ਼ਨ। ਸੋ ਇਹ ਕੀ ਹੋ ਗਿਆ? ਇੱਕ ਨੋਨ ਹੋਮੋਜੀਨੀਅਸ ਸਿਸਟਮ। ਮਤਲਬ ਹੋਮੋਜੀਨੀਅਸ ਜਿੱਦਾਂ ਸੋਲਿਊਸ਼ਨ ਸੀਗਾ ਪੂਰੀ ਤਰ੍ਹਾਂ ਡਿਜ਼ੋਲਵ ਕਰ ਜਾਂਦੇ ਨੇ ਵਾਟਰ ਐਂਡ ਜਿਹੜੇ ਸ਼ੂਗਰ ਜਾਂ ਸਾਲਟ ਦੇ ਜਿਹੜੇ ਪਾਰਟੀਕਲਸ ਨੇ ਇੱਕ ਦੂਜੇ ਦੇ ਵਿੱਚ ਡਿਜ਼ੋਲਵ ਕਰ ਗਏ। ਆਪਾਂ ਫਾਈਂਡ ਆਊਟ ਨਹੀਂ ਕਰ ਸਕਦੇ ਕਿ ਕਿੱਥੇ ਜਿਹੜਾ ਉਹ ਸਾਲਟ ਪ੍ਰੈਜੈਂਟ ਆ ਜਾਂ ਕਿੱਥੇ ਜਿਹੜਾ ਉਹ ਸ਼ੂਗਰ ਪ੍ਰੈਜੈਂਟ ਆ, ਕਿੱਥੇ ਵਾਟਰ ਪ੍ਰੈਜੈਂਟ ਆ, ਆਪਾਂ ਉਹਨਾਂ ਨੂੰ ਫਾਈਂਡ ਆਊਟ ਨਹੀਂ ਸੀ ਕਰ ਸਕਦੇ। ਸੋ ਇਹ ਕੀ ਨੇ? ਇਹਨਾਂ ਦੇ ਵਿੱਚ ਆਪਾਂ ਨੂੰ ਪੂਰੀ ਤਰ੍ਹਾਂ ਪਤਾ ਲੱਗੇਗਾ ਕਿ ਹਾਂ ਆਹ ਜਿਹੜੇ ਪਾਰਟੀਕਲਸ ਨੇ ਇਹ ਸੈਂਡ ਦੇ ਵਿੱਚ ਨੇ, ਜਾਂ ਆਹ ਜਿਹੜੇ ਪਾਰਟੀਕਲਸ ਨੇ ਇਹ ਚੌਕ ਪਾਊਡਰ ਆ, ਜਿਹੜੇ ਆਹ ਵਾਲੇ ਪਾਰਟੀਕਲਸ ਨੇ ਉਹ ਜਿਹੜੇ ਨੇ ਉਹ ਸੋਇਲ ਦੇ ਨੇ। ਸੋ ਇੱਕ ਨੋਨ ਹੋਮੋਜੀਨੀਅਸ ਮਿਕਸਚਰ ਆ। ਠੀਕ ਆ, ਸੋ ਇਹਦੇ ਵਿੱਚ ਕਹਿੰਦਾ ਕੀ ਨੇ ਕਿ ਸੋਲਿਡ ਜਿਹੜੇ ਨੇ ਉਹ ਡਿਸਪਰਸਡ ਹੁੰਦੇ ਨੇ ਲਿਕੁਇਡਸ ਦੇ ਵਿੱਚ। ਸੋ ਉਹਨੂੰ ਆਪਾਂ ਕੀ ਬੋਲ ਦਿੰਦੇ ਆ? ਸਸਪੈਂਸ਼ਨ ਐਕਚੁਅਲ 'ਚ ਕੀ ਆ? ਇੱਕ ਹੈਟਰੋਜੀਨੀਅਸ ਮਿਕਸਚਰ ਆ। ਸੋ ਪਹਿਲਾਂ ਆਪਾਂ ਹੋਮੋਜੀਨੀਅਸ ਪੜ੍ਹਿਆ ਸੀਗਾ, ਸੋ ਉਹਦੇ ਵਿੱਚ ਆਪਾਂ ਸੋਲਿਊਸ਼ਨ ਪੜ੍ਹਿਆ ਸੀਗਾ। ਸਸਪੈਂਸ਼ਨ ਦੇ ਵਿੱਚ ਹੈਟਰੋਜੀਨੀਅਸ ਦੇ ਵਿੱਚ ਆਪਾਂ ਸਸਪੈਂਸ਼ਨ, ਫਿਲਹਾਲ ਸਸਪੈਂਸ਼ਨ ਕਰ ਰਹੇ ਹਾਂ। ਨੈਕਸਟ ਆਪਾਂ ਕੋਲੋਇਡਲ ਮਿਕਸਚਰਸ ਕਰਾਂਗੇ। ਠੀਕ ਆ, ਸੋ ਸਸਪੈਂਸ਼ਨ ਇਜ਼ ਅ ਹੈਟਰੋਜੀਨੀਅਸ ਮਿਕਸਚਰ ਇਨ ਵਿਚ ਜਿਹਦੇ ਵਿੱਚ ਸੋਲਿਊਟ ਪਾਰਟੀਕਲਸ ਜਿਹੜੇ ਨੇ ਡੂ ਨਾਟ ਡਿਜ਼ੋਲਵ, ਉਹ ਡਿਜ਼ੋਲਵ ਨਹੀਂ ਕਰਦੇ। ਮਤਲਬ ਇੱਥੇ ਜਿਹੜਾ ਸੋਲਿਊਟ ਆ ਉਹ ਕੀ ਹੋ ਗਿਆ? ਸੈਂਡ ਜਾਂ ਸੋਇਲ ਜਾਂ ਚੌਕ ਪਾਊਡਰ, ਉਹ ਕੀ ਹੋ ਗਿਆ? ਸੋਲਿਊਟ। ਐਂਡ ਸੋਲਵੈਂਟ ਕਿਹੜਾ ਹੋ ਗਿਆ? ਅਗੇਨ ਵਾਟਰ। ਸੋ ਉਹ ਵਾਟਰ ਦੇ ਵਿੱਚ ਸੋਲਿਊਟ ਪਾਰਟੀਕਲ ਸੋਲਵੈਂਟ ਦੇ ਵਿੱਚ ਜਿਹੜੇ ਨੇ ਉਹ ਡਿਜ਼ੋਲਵ ਨਹੀਂ ਕਰਦੇ ਨੇ, ਰਿਮੇਨ ਸਸਪੈਂਡਡ ਥਰੂ ਆਊਟ ਦਾ ਬਲਕ ਆਫ ਮੀਡੀਅਮ। ਸੋ ਮੀਡੀਅਮ ਦੇ ਵਿੱਚ, ਬਲਕ ਆਫ ਮੀਡੀਅਮ ਦੇ ਵਿੱਚ ਥਰੂ ਆਊਟ ਐਜ਼ ਇਟ ਇਜ਼ ਹੀ ਕੀ ਕਰਦੇ ਰਹਿੰਦੇ ਨੇ? ਉਹ ਤੈਰਦੇ ਰਹਿੰਦੇ ਨੇ। ਸੋ ਪਾਰਟੀਕਲਸ ਆਫ ਅ ਸਸਪੈਂਸ਼ਨ ਆਰ ਵਿਜ਼ੀਬਲ ਟੂ ਦਾ ਨੇਕਡ ਆਈ। ਪਾਰਟੀਕਲਸ ਨੇ ਜਿਹੜੇ ਸਸਪੈਂਸ਼ਨ ਦੇ ਉਹ ਵਿਜ਼ੀਬਲ ਹੁੰਦੇ ਨੇ ਨੇਕ ਆਈ ਦੇ ਨਾਲ। ਜਿਹੜੇ ਜੇਕਰ ਆਪਾਂ ਮਤਲਬ ਇੱਦਾਂ ਹੀ ਆਪਾਂ ਸੈਂਡ ਜਿਹੜੀ ਆ ਰੱਖ ਦਈਏ ਥੋੜ੍ਹੀ ਦੇਰ ਲਈ ਤਾਂ ਆਪਾਂ ਈਜ਼ਲੀ ਫਾਈਂਡ ਕਰ ਲੈਂਦੇ ਆ ਨਾ ਕਿ ਸੈਂਡ ਇੱਥੇ ਪ੍ਰੈਜੈਂਟ ਆ, ਵਾਟਰ ਇੱਥੇ ਪ੍ਰੈਜੈਂਟ ਆ। ਸੋ ਨੇਕਡ ਆਈ ਜਿੱਦਾਂ ਸੋਲਿਊਸ਼ਨ ਦੇ ਪਾਰਟੀਕਲਸ ਆਪਾਂ ਨੂੰ ਨੇਕਡ ਆਈ ਦੇ ਨਾਲ ਨਹੀਂ ਦਿਖਾਈ ਦਿੰਦੇ, ਬਟ ਜਿਹੜੇ ਇਹਦੇ ਪਾਰਟੀਕਲਸ ਨੇ ਸਸਪੈਂਸ਼ਨ ਦੇ, ਉਹਦੇ ਪਾਰਟੀਕਲਸ ਨੇਕਡ ਆਈ ਦੇ ਨਾਲ ਆਪਾਂ ਨੂੰ ਬਿਨਾਂ ਮਾਈਕਰੋਸਕੋਪ ਦੇ ਵੀ ਦਿਖਾਈ ਦੇ ਸਕਦੇ ਨੇ। ਸੋ ਨੈਕਸਟ ਆ ਜਾਂਦਾ ਪ੍ਰੋਪਰਟੀਜ਼ ਆਫ ਸਸਪੈਂਸ਼ਨ। ਸਸਪੈਂਸ਼ਨ ਦੀਆਂ ਪ੍ਰੋਪਰਟੀਜ਼ ਕੀ ਨੇ? ਸਸਪੈਂਸ਼ਨ ਇਜ਼ ਅ ਹੈਟਰੋਜੀਨੀਅਸ ਮਿਕਸਚਰ, ਹੁਣੇ ਦੱਸਿਆ। ਠੀਕ ਆ, ਕਿਉਂਕਿ ਪੂਰੀ ਤਰ੍ਹਾਂ ਇਹਦੀ ਜਿਹੜੀ ਯੂਨੀਫਾਰਮ ਕੰਪੋਜੀਸ਼ਨ ਜਿਹੜੀ ਉਹ ਨਹੀਂ ਬਣਦੀ। ਸੋ ਇਸ ਕਰਕੇ ਕੀ ਹੋ ਗਿਆ? ਜਿਹੜਾ ਸਸਪੈਂਸ਼ਨ ਇਜ਼ ਅ ਹੈਟਰੋਜੀਨੀਅਸ ਮਿਕਸਚਰ। ਨੈਕਸਟ ਪਾਰਟੀਕਲਸ ਜਿਹੜੇ ਸਸਪੈਂਸ਼ਨ ਦੇ ਨੇ ਕੈਨ ਬੀ ਸੀਨ ਬਾਏ ਨੇਕਡ ਆਈ, ਆਪਾਂ ਨੇਕਡ ਆਈ ਦੇ ਨਾਲ ਦੇਖ ਸਕਦੇ ਹਾਂ। ਪਾਰਟੀਕਲਸ ਆਫ ਸਸਪੈਂਸ਼ਨ ਕਹਿੰਦੇ ਨੇ ਉਹ ਬੀਮ ਆਫ ਲਾਈਟ ਜਿਹੜੀ ਆ ਜੇਕਰ ਪਾਸ ਕਰੀਏ ਤਾਂ ਉਹਦੇ ਵਿੱਚੋਂ ਪਾਥ ਜਿਹੜਾ ਉਹ ਵਿਜ਼ੀਬਲ ਹੁੰਦਾ, ਯਾਨੀ ਕਿ ਇਹ ਕਿਹੜਾ ਇਫੈਕਟ ਸ਼ੋ ਕਰਦੇ ਨੇ? ਟਾਈਮਡਲ ਇਫੈਕਟ। ਕੀ ਇਸ ਇਫੈਕਟ ਦੇ ਵਿੱਚ ਉਸ ਦਿਨ ਵੀ ਦੱਸਿਆ ਸੀਗਾ ਕਿ ਜੇਕਰ ਆਪਾਂ ਬੀਕਰ ਦੇ ਵਿੱਚ ਆਪਾਂ ਪਾਰਟੀਕਲਸ ਰੱਖ ਦਿੱਤੇ, ਸੈਂਡ ਪਾਰਟੀਕਲਸ ਪਾਣੀ ਦੇ ਵਿੱਚ ਮਿਕਸ ਕਰਕੇ ਆਪਾਂ ਰੱਖ ਦਿੱਤੇ। ਸੋ ਜੇਕਰ ਆਪਾਂ ਕਿਸੇ ਟਾਰਚ ਦੇ ਨਾਲ ਇੱਥੇ ਲਾਈਟ ਫਾਲ ਕਰਵਾਈਏ ਤਾਂ ਪੂਰੇ ਦਾ ਪੂਰਾ ਪਾਥ ਜਿਹੜਾ ਆਪਾਂ ਨੂੰ ਇੱਕ ਵਿਜ਼ੀਬਲ ਹੋਏਗਾ। ਜਿੱਦਾਂ ਲਾਈਟ ਜਾ ਰਹੀ ਹੈ ਨਾ, ਆਪਾਂ ਨੂੰ ਇੱਕ ਪਾਥ ਜੇ ਵਾਂਗੂ ਵਿਜ਼ੀਬਲ ਹੋਏਗਾ। ਸੋ ਇਟ ਮੀਨਸ ਉਹ ਜਿਹੜਾ ਪਾਥ ਕਿਉਂ ਵਿਜ਼ੀਬਲ ਹੋਇਆ?
क्योंकि लाइट ਜਿਹੜੇ ਪਾਰਟੀਕਲਸ ਸੀ ਉਹ ਪਾਰਟੀਕਲਸ ਥੋੜ੍ਹੇ ਵੱਡੇ ਨੇ, ਸੋਲਿਊਸ਼ਨ ਦੇ ਵਿੱਚ ਉਹ ਪਾਰਟੀਕਲਸ ਬਹੁਤ ਛੋਟੇ ਨੇ, ਉਹਨਾਂ ਦੇ ਨਾਲ ਲਾਈਟ ਟਕਰਾ ਕੇ ਜਿਹੜੀ ਆ ਉਹ ਨਹੀਂ ਜਾਂਦੀ, ਮਤਲਬ ਰਿਫਲੈਕਸ਼ਨ ਨਹੀਂ ਹੁੰਦੀ। ਬਟ ਇੱਥੇ ਜਿਹੜੇ ਪਾਰਟੀਕਲਸ ਨੇ ਉੱਥੇ ਰਿਫਲੈਕਸ਼ਨ ਹੁੰਦੀ ਆ, ਪਾਰਟੀਕਲਸ ਥੋੜ੍ਹੇ ਵੱਡੇ ਨੇ, ਸੋ ਪਾਰਟੀਕਲਸ ਦੇ ਨਾਲ ਲਾਈਟ ਟਕਰਾ ਕੇ ਵਾਪਸ ਜਾਂਦੀ ਹੈ, ਜਿਹਦੇ ਨਾਲ ਇੱਕ ਪਾਥ ਬਣਦਾ। ਸੋ ਆਪਾਂ ਨੂੰ ਪਾਥ ਜਿਹੜਾ ਉਹ ਵਿਜ਼ੀਬਲ ਹੋ ਜਾਂਦਾ, ਮਤਲਬ ਰਿਫਲੈਕਸ਼ਨ ਹੁੰਦੀ ਆ ਇੱਥੇ, ਠੀਕ ਆ। ਸੋ ਨੈਕਸਟ ਆ ਜੇ ਕਹਿੰਦਾ ਸਲਿਊਟ ਪਾਰਟੀਕਲਸ ਜਿਹੜੇ ਨੇ ਉਹ ਸੈਟਲ ਡਾਊਨ ਹੋ ਜਾਂਦੇ ਨੇ ਜਦੋਂ ਸਸਪੈਂਸ਼ਨ ਨੂੰ ਅਨਡਿਸਟਰਬਡ ਕਰੀਦਾ, ਮਤਲਬ ਜੇਕਰ ਆਪਾਂ ਥੋੜ੍ਹੀ ਦੇਰ ਦੀ ਵੀ ਰੱਖ ਦਈਏ ਅਤੇ ਜਿਹੜੇ ਸੈਂਡ ਦੇ ਸਾਲਟ ਦੇ ਜਿਹੜੇ ਸੋਲਿਡ ਦੇ ਜਿਹੜੇ ਪਾਰਟੀਕਲਸ ਨੇ, ਸੈਂਡ ਸੋਇਲ ਦੇ, ਉਹ ਪਾਰਟੀਕਲਸ ਆਪਾਂ ਨੂੰ ਵਿਜ਼ੀਬਲ ਹੋ ਜਾਂਦੇ ਨੇ, ਅਨਸਟੇਬਲ ਆ। ਦੇ ਕੈਨ ਬੀ ਸੈਪਰੇਟਿਡ ਫਰੋਮ ਮਿਕਸਚਰ ਬਾਏ ਦਾ ਪ੍ਰੋਸੈਸ ਆਫ ਫਿਲਟਰੇਸ਼ਨ। ਜੇਕਰ ਆਪਾਂ ਫਿਲਟਰ ਕਰ ਦਈਏ, ਮਤਲਬ ਫਿਲਟਰ ਪੇਪਰ ਲੈ ਕੇ ਪਾਣੀ ਦੇ ਉੱਪਰੋਂ ਜਿਹੜਾ ਉਹਨੂੰ ਪੋਰ ਕਰ ਦਈਏ, ਤਾਂ ਸੈਂਡ ਜਿਹੜੀ ਆ ਜਾਂ ਸੋਇਲ ਜਿਹੜੀ ਆ, ਚੌਕ ਪਾਊਡਰ ਜਿਹੜਾ ਉਹ ਉੱਪਰ ਰਹਿ ਜਾਏਗਾ ਫਿਲਟਰ ਪੇਪਰ ਦੇ ਉੱਤੇ, ਐਂਡ ਵਾਟਰ ਜਿਹੜਾ ਉਹ ਸੈਪਰੇਟ ਆਊਟ ਹੋ ਜਾਏਗਾ। ਸੋ ਫਿਲਟਰੇਸ਼ਨ ਦਾ ਪ੍ਰੋਸੈਸ ਇਸ ਮੈਥਡ ਦੇ ਵਿੱਚ ਸਸਪੈਂਸ਼ਨ ਦੇ ਲਈ ਉਹ ਪੋਸੀਬਲ ਆ, ਬਟ ਸੋਲਿਊਸ਼ਨ ਦੇ ਲਈ ਇਹ ਜਿਹੜਾ ਮੈਥਡ ਆ ਉਹ ਪੋਸੀਬਲ ਨਹੀਂ ਹੈਗਾ। when the particles settle down the suspension breaks and it does not scatter light anymore। ਜਦੋਂ ਕਹਿੰਦਾ ਪਾਰਟੀਕਲ ਸੈਟਲ ਡਾਊਨ ਕਰ ਜਾਂਦੇ ਨੇ, ਸਸਪੈਂਸ਼ਨ ਜਿਹੜੀ ਆ ਬ੍ਰੇਕਸ ਐਂਡ ਡੂ ਨਾਟ ਸਕੈਟਰ, ਫਿਰ ਲਾਈਟ ਜਿਹੜੀ ਜੇਕਰ ਨੀਚੇ ਬੈਠ ਜਾਂਦੇ ਨੇ, ਫਿਰ ਆਪਾਂ ਉਹਦੇ ਵਿੱਚੋਂ ਲਾਈਟ ਪਾਸ ਕਰਾਈਏ, ਲਾਈਟ ਉੱਪਰੋਂ ਪਾਸ ਕਰ ਜਾਏਗੀ, ਕਿਉਂਕਿ ਪਾਰਟੀਕਲਸ ਤਾਂ ਨੀਚੇ ਬੈਠੇ ਹੋਏ ਸੀ, ਸੋ ਲਾਈਟ ਜਿਹੜੀ ਉਹ ਸਕੈਟਰ ਨਹੀਂ ਕਰਦੀ ਇਸ ਟਾਈਮ 'ਤੇ। ਨੈਕਸਟ ਆਪਣਾ ਆ ਜਾਂਦਾ ਹੈਟਰੋਜੀਨੀਅਸ ਮਿਕਸਚਰ ਦੇ ਵਿੱਚ ਵੀ ਸੈਕਿੰਡ ਆਪਣੇ ਕੋਲ ਆ ਜਾਂਦਾ ਕੋਲੋਇਡਲ ਸੋਲਿਊਸ਼ਨ। ਕੋਲੋਇਡਲ ਸੋਲਿਊਸ਼ਨਸ ਕੀ ਨੇ? ਨਾ ਤਾਂ ਸਸਪੈਂਸ਼ਨਸ ਦੇ ਵਿੱਚ ਆਉਂਦੇ ਨੇ, ਨਾ ਇਹ ਸੋਲਿਊਸ਼ਨਸ ਦੇ ਵਿੱਚ ਆਉਂਦੇ ਨੇ, ਇਹ ਇੰਟਰਮੀਡੀਏਟ ਨੇ ਇਹਨਾਂ ਦੋਨਾਂ ਦੇ ਵਿੱਚ, ਮਤਲਬ ਆਪਾਂ ਕਹਿ ਲਈਏ ਸੈਂਟਰ ਦੇ, ਇਹਨਾਂ ਦੋਨਾਂ ਦੀਆਂ ਪ੍ਰੋਪਰਟੀਜ਼ ਨੇ, ਠੀਕ ਆ। ਨਾ ਤਾਂ ਸਸਪੈਂਸ਼ਨ ਵਾਂਗੂ ਇਹਨਾਂ ਦੇ ਪਾਰਟੀਕਲਸ ਇੰਨੇ ਵੱਡੇ ਹੁੰਦੇ ਨੇ ਕਿ ਆਪਾਂ ਨੂੰ ਨੇਕਡ ਆਈ ਦੇ ਨਾਲ ਦਿਖਾਈ ਦੇ ਦੇਣ, ਅਤੇ ਨਾ ਹੀ ਇਹ ਸੋਲਿਊਸ਼ਨ ਵਾਂਗੂ ਇੱਕਦਮ ਇਹਨਾਂ ਦੇ ਵਿੱਚ ਮਿਕਸ ਹੁੰਦੇ ਨੇ। ਸੋ ਇੰਟਰਮੀਡੀਏਟ ਆ ਇਹਨਾਂ ਦੋਨਾਂ ਦਾ। ਸੋ ਕੋਲੋਇਡਲ ਸੋਲਿਊਸ਼ਨਸ ਦੇ ਵਿੱਚ ਐਗਜ਼ਾਮਪਲ ਆ ਜਾਂਦੀ ਹੈ ਆਪਣੇ ਕੋਲ ਇੰਕ ਐਂਡ ਮਿਲਕ। ਹੁਣ ਮਿਲਕ ਆ, ਤੁਹਾਨੂੰ ਦੇਖਣ ਨੂੰ ਤਾਂ ਐਂ ਲੱਗਦਾ ਨਾ ਕਿ ਸਾਰੇ ਪਾਰਟੀਕਲਸ ਜਿਹੜੇ ਨੇ ਉਹ ਇੱਕ ਦੂਜੇ ਦੇ ਨਾਲ ਜਿਹੜੇ ਪੂਰੀ ਤਰ੍ਹਾਂ ਮਤਲਬ ਇੱਕ ਮਿਕਸਚਰ ਬਣਿਆ ਹੋਇਆ ਵਾ, ਪੂਰੀ ਤਰ੍ਹਾਂ ਆਪਾਂ ਮਤਲਬ ਮਿਕਸ ਨੇ, ਆਪਾਂ ਇਹਦੇ ਵਿੱਚੋਂ ਫੈਟ ਅਲੱਗ ਨਹੀਂ ਕਰ ਸਕਦੇ, ਆਪਾਂ ਇਹਦੇ ਵਿੱਚੋਂ ਜਿਹੜੇ ਆ ਉਹ ਬਾਕੀ ਜਿਹੜੇ ਪਾਰਟੀਕਲਸ ਨੇ ਉਹ ਅਲੱਗ ਨਹੀਂ ਕਰ ਸਕਦੇ। ਪਰ ਦੇਖੋ ਮਿਲਕ ਆਪਾਂ ਨੂੰ ਥੋੜ੍ਹੀ ਦੇਰ ਲਈ ਰੱਖ ਦਿੰਦੇ ਆ, ਠੀਕ ਆ, ਲਿਆ ਕੇ ਮਤਲਬ ਜਿੱਦਾਂ ਬੋਇਲ ਕਰਕੇ ਰੱਖ ਦਿੰਦੇ ਆ, ਰੋਜ਼ ਤੁਸੀਂ ਦੇਖਦੇ ਹੋਵੋਗੇ ਉਹਦੇ ਉੱਪਰ ਕਰੀਮ ਆ ਜਾਂਦੀ ਹੈ ਨਾ, ਜਿਹਨੂੰ ਆਪਾਂ ਮਲਾਈ ਕਹਿੰਦੇ ਆ। ਸੋ ਇਟ ਮੀਨਸ ਉਹਦੇ ਵਿੱਚ ਜਿਹੜੇ ਫੈਟ ਪਾਰਟੀਕਲਸ ਨੇ ਮਤਲਬ ਅਨਡਿਸਟਰਬਡ ਛੱਡਿਆ ਥੋੜ੍ਹੀ ਦੇਰ ਲਈ, ਐਂਡ ਉਹਦੇ ਵਿੱਚ ਜਿਹੜੇ ਪਾਰਟੀਕਲਸ ਨੇ ਹੈਵੀਅਰ ਪਾਰਟੀਕਲਸ ਉਹ ਨੀਚੇ ਬੈਠ ਗਏ, ਬਾਕੀ ਜਿਹੜੇ ਪਾਰਟੀਕਲਸ ਸੀ ਉੱਪਰ ਇੱਕ ਲੇਅਰ ਬਣਾ ਲਈ। ਸੋ ਉਹਨਾਂ ਦੇ ਵਿੱਚ ਜੇਕਰ ਉਹਨੂੰ ਆਪਾਂ ਅਨਡਿਸਟਰਬ ਛੱਡਦੇ ਨਾ, ਉਹਦੇ ਵਿੱਚ ਲੇਅਰਸ ਬਣ ਜਾਂਦੀਆਂ ਅਕੋਰਡਿੰਗ ਟੂ ਮਤਲਬ ਜਿਹੜੇ ਉਹਨਾਂ ਦੇ ਵੇਟ ਦੇ ਅਕੋਰਡਿੰਗਲੀ ਉਹਨਾਂ ਦੀਆਂ ਲੇਅਰਸ ਬਣ ਜਾਂਦੀਆਂ। ਸੋ ਉੱਪਰ ਜਿਹੜੇ ਨੇ ਉਹ ਸਭ ਤੋਂ ਜਿਹੜੇ ਹਲਕੇ ਪਾਰਟੀਕਲਸ ਨੇ ਉਹ ਆ ਜਾਂਦੇ ਨੇ, ਜਿਹਦਾ ਫੈਟ ਨੇ, ਠੀਕ ਆ। ਸੋ ਨੀਚੇ ਜਿਹੜੇ ਹੋਰ ਮਤਲਬ ਇੱਦਾਂ ਲੇਅਰਸ ਬਣ ਜਾਂਦੀਆਂ ਨੇ ਜਿਹੜੀਆਂ ਆਪਾਂ ਨੂੰ ਇੱਦਾਂ ਵਿਜ਼ੀਬਲ ਨਹੀਂ ਹੁੰਦੀਆਂ, ਠੀਕ ਆ। ਸੋ ਇਸ ਕਰਕੇ ਜਿਹੜੇ ਫੈਟ ਇਹਨਾਂ ਦੇ ਵਿੱਚ ਕੋਲੋਇਡਲ ਮਿਕਸਚਰ ਆ ਉਹ ਦੇਖਣ ਨੂੰ ਤਾਂ ਆਪਾਂ ਨੂੰ ਇੱਕ ਪੂਰਾ ਸੋਲਿਊਸ਼ਨ ਲੱਗਦਾ, ਬਟ ਐਕਚੁਅਲ ਦੇ ਵਿੱਚ ਕੀ ਆ, ਇਹਦੇ ਪਾਰਟੀਕਲਸ ਸੋਲਿਊਸ਼ਨ ਦੀ ਤਰ੍ਹਾਂ ਇੱਕ ਦੂਜੇ ਦੇ ਵਿੱਚ ਡਿਜ਼ੋਲਵ ਨਹੀਂ ਹੋਏ ਹੁੰਦੇ। ਸੋ colloidal solutions, the particles of a colloidal are uniformly spread throughout the solution। colloid ਦੇ ਕਹਿੰਦਾ ਪਾਰਟੀਕਲਸ ਜਿਹੜੇ ਨੇ ਯੂਨੀਫਾਰਮਲੀ ਸਪਰੈਡ ਹੁੰਦੇ ਨੇ ਡਿਊ ਟੂ ਦਾ ਰਿਲੇਟਿਵ ਸਮਾਲਰ ਸਾਈਜ਼ ਆਫ ਦਾ ਪਾਰਟੀਕਲ ਐਜ਼ ਕੰਪੇਅਰ ਟੂ ਦਾ ਸਸਪੈਂਸ਼ਨ। ਕਿਉਂਕਿ ਕਹਿੰਦਾ ਇਹਨਾਂ ਦਾ ਜਿਹੜਾ ਪਾਰਟੀਕਲ ਦਾ ਸਾਈਜ਼ ਆ ਨਾ ਉਹ ਸਸਪੈਂਸ਼ਨ ਨਾਲੋਂ ਛੋਟਾ ਵਾ, ਠੀਕ ਆ। ਦਾ ਮਿਕਸਚਰ ਅਪੀਅਰ ਟੂ ਬੀ ਹੋਮੋਜੀਨੀਅਸ, ਮਿਕਸਚਰ ਜਿਹੜਾ ਉਹ ਆਪਾਂ ਨੂੰ ਅਪੀਅਰ ਟੂ ਬੀ ਦਾ ਮਤਲਬ ਕਿ ਲੱਗਦਾ ਤਾਂ ਆਪਾਂ ਨੂੰ ਅਪੀਅਰ ਟੂ ਬੀ ਲੱਗਦਾ ਕਿਹਦੇ ਵਾਂਗੂ ਆਪਾਂ ਨੂੰ ਹੋਮੋਜੀਨੀਅਸ ਵਾਂਗੂ, ਬਟ ਐਕਚੁਅਲੀ ਕੋਲੋਇਡਲ ਮਿਕਸਚਰ ਇਜ਼ ਆ ਹੈਟਰੋਜੀਨਸ ਮਿਕਸਚਰ। ਬਟ ਕੋਲੋਇਡਲ ਮਿਕਸਚਰ ਸੋਲਿਊਸ਼ਨ ਜਿਹੜਾ ਉਹ ਐਕਚੁਅਲ 'ਚ ਕੀ ਹੁੰਦੇ ਨੇ, ਹੈਟਰੋਜੀਨਸ ਮਿਕਸਚਰਸ ਹੁੰਦੇ ਨੇ। ਕਲੀਅਰ ਆ ਇੱਥੋਂ ਤੱਕ? ਫੋਰ ਐਗਜ਼ਾਮਪਲ ਮਿਲਕ। ਹੁਣ ਕਹਿੰਦਾ ਆ ਦੇਖੋ ਆ ਦੱਸ ਰਿਹਾ ਤੁਹਾਨੂੰ ਟਾਈਡਲ ਇਫੈਕਟ ਬਾਰੇ ਕਿ ਜੇਕਰ ਆਪਾਂ ਟਾਰਚ ਦੇ ਨਾਲ ਕੋਲੋਇਡਲ ਮਿਕਸਚਰ ਲਈਏ, ਕੋਲੋਇਡਲ ਮਿਕਸਚਰ ਦੇ ਵਿੱਚ ਲਾਈਟ ਮਾਰੀਏ ਤਾਂ ਆਪਾਂ ਨੂੰ ਕਿੱਦਾਂ ਪੂਰਾ ਪਾਥ ਜਿਹੜਾ ਉਹ ਵਿਜ਼ੀਬਲ ਹੋਏਗਾ। ਆ ਪਾਥ ਆਫ ਲਾਈਟ ਬਿਕਮ ਵਿਜ਼ੀਬਲ। ਕਿਉਂ ਵਿਜ਼ੀਬਲ ਹੋ ਰਹੀ ਆ? ਕਿਉਂਕਿ ਇਹਦੇ ਜਿਹੜੇ ਪਾਰਟੀਕਲਸ ਨੇ ਇਹ ਸਸਪੈਂਸ਼ਨ ਵਾਂਗੂ ਵੱਡੇ ਨਹੀਂ ਨੇ, ਬਟ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਨੂੰ ਮਤਲਬ ਜਿਹੜੇ ਪਰ ਸੋਲਿਊਸ਼ਨ ਦੀ ਤਰ੍ਹਾਂ ਮਿਕਸ ਵੀ ਨਹੀਂ ਹੋਏ। ਸੋ ਪਾਰਟੀਕਲਸ ਮਤਲਬ ਇੱਦਾਂ ਤੁਰੇ ਫਿਰਦੇ ਨੇ ਇੱਥੇ, ਠੀਕ ਆ। ਸੋ ਉਹ ਪਾਰਟੀਕਲਸ ਦਾ ਸਾਈਜ਼ ਵੀ ਥੋੜ੍ਹਾ ਵੱਡਾ ਵਾ ਸੋਲਿਊਸ਼ਨ ਨਾਲੋਂ, ਸੋ ਇਸ ਕਰਕੇ ਉਹ ਲਾਈਟ ਦੀ ਰਿਫਲੈਕਸ਼ਨ ਸ਼ੋ ਕਰਦੇ ਨੇ, ਜਿਹਦੇ ਨਾਲ ਕੀ ਬਣ ਜਾਂਦਾ, ਟਾਈਡਲ ਇਫੈਕਟ ਬਣਦਾ। ਕਲੀਅਰ ਹੈ ਰਾਜੇ ਇੱਥੋਂ ਤੱਕ? ਨੈਕਸਟ ਆਪਣੇ ਕੋਲ ਆ ਜਾਂਦਾ ਇਹਦੀਆਂ ਪ੍ਰੋਪਰਟੀਜ਼ ਆਫ ਦੀ ਕੋਲੋਇਡਲ। ਹਾਂ ਕਹਿੰਦਾ ਹੋਰ ਦੇਖੋ ਇੱਕ ਐਗਜ਼ਾਮਪਲ
ਕਹਿੰਦਾ ਜੇਕਰ ਆਪਾਂ ਹੁਣ ਘਰੇ ਵੀ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਜੇਕਰ ਕਿਸੇ ਰੋਸ਼ਨਦਾਨ ਦੇ ਵਿੱਚੋਂ ਜਾਂ ਕਿਤੇੋਂ ਵੀ ਲਾਈਟ ਆ ਰਹੀ ਹੋਵੇ, ਇੱਦਾਂ ਕਿਤੇੋਂ ਲਾਈਟ ਆ ਰਹੀ ਹੋਵੇ ਅਤੇ ਆਪਾਂ ਇੱਕ ਪੂਰਾ ਪਾਥ ਜਿਹਾ ਨਜ਼ਰ ਆਉਂਦਾ ਨਾ, ਜਿਹਦੇ ਵਿੱਚ ਡਸਟ ਪਾਰਟੀਕਲਸ ਜਿਹੜੇ ਨੇ ਉਹ ਦਿਖਾਈ ਦਿੰਦੇ ਨੇ। ਸੋ ਜਿਹੜੇ ਉਹ ਡਸਟ ਪਾਰਟੀਕਲਸ ਨੇ ਉਹ ਲਾਈਟ ਨੂੰ ਸਕੈਟਰ ਕਰਦੇ ਨੇ, ਜਿਹਦੇ ਕਰਕੇ ਉਸ ਟਾਈਮ ਵੀ ਜਿਹੜਾ ਆਪਾਂ ਨੂੰ ਪਾਥ ਸ਼ੋ ਹੁੰਦਾ। ਸੋ ਜੇਕਰ ਆਪਾਂ ਕਿਤੇ ਸੰਘਣੇ ਜਿੱਥੇ ਬਹੁਤ ਜ਼ਿਆਦਾ ਟਰੀਜ਼ ਹੋਣ ਜਾਂ ਵੈਜੀਟੇਸ਼ਨ ਹੋਵੇ, ਉੱਥੇ ਵੀ ਉੱਪਰੋਂ ਜੇਕਰ ਦੇਖੀਏ ਕਨੋਪੀ ਤੋਂ ਤਾਂ ਆਪਾਂ ਨੂੰ ਉੱਥੇ ਵੀ ਪਾਥ ਆਫ ਲਾਈਟ ਜਿਹੜਾ ਉਹ ਵਿਜ਼ੀਬਲ ਹੁੰਦਾ। ਇੱਥੇ ਵੀ ਟਿਡਲ ਇਫੈਕਟ ਜਿਹੜਾ ਉਹ ਸ਼ੋ ਕੀਤਾ ਜਾਂਦਾ। ਠੀਕ ਆ। ਸੋ ਨੈਕਸਟ ਆ ਗਿਆ ਪ੍ਰੋਪਰਟੀਜ਼। colloidal is heterogeneous mixture. Part size of the particle of colloidal is too small to be individually seen by naked eye. ਕਹਿੰਦਾ ਪਾਰਟੀਕਲਸ ਦਾ ਜਿਹੜਾ ਸਾਈਜ਼ ਆ ਉਹ ਟੂ ਸਮੋਲ ਆ, ਬਹੁਤ ਛੋਟਾ ਵਾ, ਪਰ ਇੰਡੀਵਿਜੂਅਲੀ ਮਤਲਬ ਇੱਕ ਇੱਕ ਕਰਕੇ ਆਪਾਂ ਇਹਨਾਂ ਨੂੰ ਨੈਕਡ ਆਈ ਦੇ ਨਾਲ ਦੇਖ ਸਕਦੇ ਹਾਂ, ਮਤਲਬ ਕਿਸੇ ਪ੍ਰੋਸੈਸ ਦੇ ਨਾਲ। ਸੋ ਕਲੋਇਡਲਸ ਆਰ ਬਿਗ ਇਨਫ ਟੂ ਸਕੈਟਰ, ਇੰਨੇ ਕੁ ਕਹਿੰਦਾ ਬਿਗ ਹੈਗੇ ਨੇ ਕਿ ਲਾਈਟ ਜਿਹੜੀ ਆ ਸਕੈਟਰ ਕਰ ਸਕਣ ਐਂਡ ਪਾਸਿੰਗ ਥਰੂ ਇਟ ਐਂਡ ਮੇਕ ਦਾ ਪਾਥ ਵਿਜ਼ੀਬਲ, ਜਿਹਦੇ ਨਾਲ ਪਾਥ ਜਿਹੜਾ ਉਹ ਵਿਜ਼ੀਬਲ ਹੋ ਜਾਏ। ਡੂ ਨਾਟ ਸੈਟਲ ਡਾਊਨ ਵੈਨ ਲੈਫਟ ਅਨਡਿਸਟਰਬਡ, ਦੈਟ ਇਜ਼ ਅ ਕਲੋਇਡਲ ਇਜ਼ ਕੁਆਇਟ ਸਟੇਬਲ। ਮਤਲਬ ਇੱਕਦਮ ਇਹਨਾਂ ਦੀ ਜਿਹੜਾ ਕਹਿੰਦਾ ਉਹ ਇਹ ਨਹੀਂ ਆ ਕਿ ਪਾਰਟੀਕਲਸ ਜਿਹੜੇ ਅਲੱਗ ਹੋ ਜਾਂਦੇ ਨੇ। ਠੀਕ ਆ। ਸੋ ਦੇ ਕੈਨ ਨਾਟ ਬੀ ਸਪਰੇਟਿਡ ਫਰੋਮ ਦਾ ਮਿਕਸਚਰ, ਇਹਨਾਂ ਨੂੰ ਆਪਾਂ ਮਿਕਸਚਰ ਦੇ ਵਿੱਚੋਂ ਜਿਹੜਾ ਉਹ ਸੈਪਰੇਟ ਨਹੀਂ ਕਰ ਸਕਦੇ ਫਿਲਟਰੇਸ਼ਨ ਦੇ ਪ੍ਰੋਸੈਸ ਦੇ ਨਾਲ। ਇੱਕ ਪਰਟੀਕੂਲਰ ਟੈਕਨੀਕ ਆ ਜਿਹਨੂੰ ਸੈਂਟਰੀਫਿਊਗੇਸ਼ਨ ਕਹਿੰਦੇ ਹਨ। ਸੈਂਟਰੀਫਿਊਗੇਸ਼ਨ ਟੈਕਨੀਕ ਤੁਸੀਂ ਮੋਸਟਲੀ ਆਪਣੇ ਘਰਾਂ ਦੇ ਲਾਗੇ ਚਾਗੇ ਜਿਹੜੀ ਉਹ ਦੇਖੀ ਹੋਣੀ ਆ ਕਿ ਜਿਹੜੇ ਡੇਅਰੀਜ਼ ਵਾਲੇ ਹੁੰਦੇ ਨੇ ਉਹਨਾਂ ਨੇ ਦੇਖਿਆ ਟੈਸਟ ਟਿਊਬਸ ਜਿਹੀਆਂ ਲਗਾ ਕੇ ਅਤੇ ਮਤਲਬ ਇੱਕ ਬਣਾਇਆ ਹੁੰਦਾ ਵਾ, ਉਹ ਜਿਹੜੇ ਦੁੱਧ ਦਾ ਹੀ ਫੈਟ ਚੈੱਕ ਕਰਦੇ ਆ, ਉਹਨੂੰ ਦਿੰਦੇ ਹੁੰਦੇ ਆ ਨਾ, ਮਤਲਬ ਉਹ ਇੱਦਾਂ ਇੱਦਾਂ ਘੁਮਾਉਂਦੇ ਆ, ਬੜੀ ਤੇਜ਼ ਤੇਜ਼ ਘੁਮਾਉਂਦੇ ਆ। ਸੋ ਉਹਦੇ ਨਾਲ ਉਹ ਜਿਹੜੀ ਵੀ ਦੁੱਧ ਦੀ ਫੈਟ ਚੈੱਕ ਕਰ ਲੈਂਦੇ ਆ, ਹੈ ਨਾ, ਮਿਲਕ ਦੀ ਫੈਟ ਚੈੱਕ ਕਰਦੇ ਆ। ਸੋ ਉਹਦੇ ਨਾਲ ਕੀ ਆ, ਉਹ ਜਿਹੜੇ ਪਾਰਟੀਕਲਸ ਨੇ, ਮਤਲਬ ਜਿੰਨੇ ਪਾਰਟੀਕਲਸ ਨੀਚੇ ਬੈਠ ਜਾਂਦੇ ਨੇ ਉਨੀ ਉਹਦੀ ਫੈਟ ਚੈੱਕ ਹੋ ਜਾਂਦੀ ਆ। ਸੋ ਉਹਦੇ ਨਾਲ ਫੈਟ ਜਿਹੜੀ ਆ ਉਹ ਚੈੱਕ ਕੀਤੀ ਜਾਂਦੀ ਆ। ਸੋ ਕੰਪੋਨੈਂਟਸ ਆਫ ਦਾ ਕੋਲੋਇਡਲ ਸੋਲਿਊਸ਼ਨਸ ਜਿਹੜੇ ਨੇ, ਕੰਪੋਨੈਂਟਸ ਜਿੱਦਾਂ ਸੋਲਿਊਸ਼ਨ ਦੇ ਕੰਪੋਨੈਂਟਸ ਕੀ ਕੀ ਸੀ ਆਪਾਂ ਪੜ੍ਹਿਆ ਸੀ। ਸੋਲਿਊਸ਼ਨ ਦੇ ਕੀ ਸੀ, ਸੋਲਿਊਟ ਐਂਡ ਸੋਲਵੈਂਟ। ਠੀਕ ਆ। ਜਿਹੜੀ ਚੀਜ਼ ਮਿਕਸ ਕਰਨੀ ਔਖੀ ਹੋ ਜਾਂਦਾ ਸੋਲਿਊਟ, ਜਿਹਦੇ ਵਿੱਚ ਮਿਕਸ ਕਰਨੀ ਔਖੀ ਹੋ ਜਾਂਦਾ ਸੋਲਵੈਂਟ। ਸੋ ਇਸੇ ਤਰ੍ਹਾਂ ਕੋਲੋਇਡਲ ਜਿਹੜਾ ਵਾ ਉਹਦੇ ਵੀ ਦੋ ਕੰਪੋਨੈਂਟਸ ਨੇ, ਡਿਸਪਰਸਡ ਫੇਜ਼। ਡਿਸਪਰਸ ਫੇਜ਼ ਕਿਹਦੇ ਵਾਂਗੂ ਹੋ ਗਿਆ, ਸੋਲਿਊਟ ਵਾਂਗੂ, ਮਤਲਬ ਜਿਹੜੀ ਚੀਜ਼ ਆਪਾਂ ਮਿਕਸ ਕਰਨੀ ਆ। ਐਂਡ ਡਿਸਪਰਸਡ ਮੀਡੀਅਮ, ਜਿਹਦੇ ਵਿੱਚ ਕਰਨੀ ਆ, ਜਿੱਦਾਂ ਸੋਲਵੈਂਟ ਵਾਂਗੂ ਆਪਣੇ ਕੋਲ ਕੀ ਆ ਗਿਆ, ਡਿਸਪਰਸਡ ਮੀਡੀਅਮ ਆ ਗਿਆ। ਠੀਕ ਆ। ਸੋ ਇਹਦੇ ਬਾਰੇ ਸਾਰਾ ਇੱਦਾਂ ਨੇ ਇਹਦੇ ਵਿੱਚ ਦੱਸਿਆ। ਨੈਕਸਟ ਆ ਵਾਲੇ ਕੁਐਸਚਨ ਆਨਸਰ ਨੇ, ਇਹ ਹੈਗਾ ਜੇ ਪੇਜ ਨੰਬਰ ਆਪਣੇ ਕੋਲ 18। ਠੀਕ ਆ। ਸੋ ਇਹਦੇ ਕੁਐਸਚਨ ਆਨਸਰਸ ਦੀਆਂ ਮੈਂ ਪਿਕ ਪਾ ਦੂੰਗੀ ਬਾਅਦ ਵਿੱਚ, ਉਹ ਤੁਸੀਂ ਕਰ ਲਿਓ। ਅਤੇ ਇਹਦੇ ਵਿੱਚ ਮਤਲਬ 18 ਪੇਜ ਨੰਬਰ ਦੇ ਜਿਹੜੇ ਕੁਐਸਚਨ ਆਨਸਰ ਆ ਜੇ, ਆਹ ਕੁਐਸਚਨ ਬਹੁਤ ਇੰਪੋਰਟੈਂਟ ਆ, ਡਿਫਰੈਂਸ ਬਿਟਵੀਨ ਦਾ ਹੋਮੋਜੀਨੀਅਸ ਐਂਡ ਦਾ ਹੈਟਰੋਜੀਨੀਅਸ ਮਿਕਸਚਰ ਵਿਦ ਐਗਜ਼ਾਮਪਲ। ਫਿਰ ਸੋਲ ਮਤਲਬ ਸੋਲਿਊਸ਼ਨ ਐਂਡ ਸਸਪੈਂਸ਼ਨ, ਅਤੇ ਸੋਲ ਕਹਿੰਦੇ ਕੋਲੋਇਡਲ ਨੂੰ। ਠੀਕ ਆ। ਸੋਲ ਵੀ ਲਿਖ ਸਕਦੇ ਹਾਂ, ਕੋਲੋਇਡਲਸ ਵੀ ਲਿਖ ਸਕਦੇ ਹਾਂ, ਕੁਛ ਵੀ। ਸੋ ਕੋਲੋਇਡਲ ਮਤਲਬ ਕੋਲੋਇਡਲ ਜਾਂ ਸੋਲ, ਸੋਲਿਊਸ਼ਨ ਐਂਡ ਸਸਪੈਂਸ਼ਨ ਦੇ ਵਿੱਚ ਡਿਫਰੈਂਸ ਜਿਹੜਾ ਉਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਜੇ। ਠੀਕ ਆ। ਫਿਰ ਅੱਗੇ ਹੈਗਾ ਸੈਚੂਰੇਟਿਡ ਮਿਕਸਚਰ ਦਾ ਦਿੱਤਾ ਹੋਇਆ, ਕਹਿੰਦਾ ਟੂ ਮੇਕ ਅ ਸੈਚੂਰੇਟਿਡ ਸੋਲਿਊਸ਼ਨ 36 ਗ੍ਰਾਮ ਆਫ ਦਾ ਸੋਡੀਅਮ ਕਲੋਰਾਈਡ ਇਜ਼ ਡਿਜ਼ੋਲਵ ਇਨ 100 ਗ੍ਰਾਮ ਆਫ ਦਾ ਵਾਟਰ, ਫਾਈਂਡ ਇਟਸ ਕੰਸਨਟ੍ਰੇਸ਼ਨ ਐਟ ਦਿਸ ਟੈਂਪਰੇਚਰ। ਸੋ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਿਓ, ਵੈਸੇ ਮੈਂ ਇਹਦੀ ਉਹ ਭੇਜ ਦੂੰਗੀ ਤੁਹਾਨੂੰ। ਠੀਕ ਆ। ਸੋ ਇਹਦੀ ਕੰਸਨਟ੍ਰੇਸ਼ਨ ਜਿਹੜੀ ਆ ਉਹ ਤੁਸੀਂ ਫਾਈਂਡ ਆਊਟ ਕਰਨੀ ਆ। ਪਹਿਲਾਂ ਵੀ ਦੱਸਿਆ ਹੈ ਨਾ, ਪਿੱਛੇ ਮੈਂ ਕਰਵਾਇਆ ਸੀਗਾ, ਹਾਂ, ਉਹਦੇ ਅਕੋਰਡਿੰਗਲੀ ਹੀ ਉਹਦੇ ਵਾਂਗੂ ਹੀ ਹੋਣਾ ਵਾ, ਅਤੇ ਉਹਦੇ ਮਤਲਬ ਜਿਹੜਾ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਆ। ਪਹਿਲਾਂ ਆਪ ਕਰਿਓ, ਫਿਰ ਮੈਂ ਤੁਹਾਨੂੰ ਸੋਲਿਊਸ਼ਨ ਭੇਜੂੰਗੀ, ਫਿਰ ਤੁਸੀਂ ਉਹ ਤੋਂ ਮਤਲਬ ਜਿਹੜਾ ਇਹਨੂੰ ਕਰ ਲਿਓ। ਸੋਲਿਊਟ ਕਰਾਉਣ ਨੂੰ ਜਿਹੜਾ ਵਾ ਮੈਂ ਤੁਹਾਨੂੰ ਹੁਣ ਵੀ ਇਹਦੀ ਕਰਵਾ ਸਕਦੀ ਹਾਂ ਇਹਨੂੰ ਸੋਲਵ, ਬਟ ਤੁਸੀਂ ਆਪਣੇ ਆਪ ਪਹਿਲਾਂ ਟਰਾਈ ਕਰਿਓ, ਕਿਉਂਕਿ ਪਿੱਛੇ ਮੈਂ ਤੁਹਾਨੂੰ ਐਗਜ਼ਾਮਪਲ ਕਰਵਾਈ ਹੋਈ ਹੈ ਨਾ। ਸੋ ਐਗਜ਼ਾਮਪਲ ਤੋਂ ਆ ਵੇਖੋ, ਆਹ ਵਾਲੀ ਐਗਜ਼ਾਮਪਲ, ਸੋ ਐਜ਼ ਇਟ ਇਜ਼ ਉਹਦੇ ਵਾਂਗੂ ਆ ਕੁਐਸਚਨ। ਠੀਕ ਆ। ਸੋ ਤੁਸੀਂ ਪਹਿਲਾਂ ਆਪਣੇ ਆਪ ਇਹਨੂੰ ਟਰਾਈ ਕਰਨਾ। ਦੋਨਾਂ ਨੂੰ ਵੇਖੋ ਗ੍ਰਾਮਸ ਦੇ ਵਿੱਚ ਦਿੱਤਾ ਹੋਇਆ, ਤੁਹਾਨੂੰ ਇਹ ਵੀ ਹਿੰਟ ਮੈਂ ਦੇ ਦਿੰਦੀ ਹਾਂ। ਸੋ ਮਾਸ ਬਾਈ ਮਾਸ ਜਿਹੜੀ ਕੰਸਨਟ੍ਰੇਸ਼ਨ ਦੇ ਨਾਲ ਇਹਨੇ ਚੈੱਕ ਹੋ ਜਾਣਾ ਜੇ। ਸੋ ਇਹਨੂੰ ਕਰਕੇ ਸੋਲਵ ਕਰਕੇ ਦੇਖਿਓ ਤੁਹਾਡਾ ਕਿੰਨਾ ਆਨਸਰ ਆਉਂਦਾ। ਸੈਲਫ ਅਵੈਲੂਏਸ਼ਨ ਕਰਿਓ ਆਪਣੀ ਕਿ ਤੁਹਾਨੂੰ ਕਿੰਨਾ ਕੁ ਚੈਪਟਰ ਜਿਹੜਾ ਉਹ ਸਮਝ ਆਉਂਦੇ, ਨੂਮੈਰੀਕਲਸ ਜਿਹੜੇ ਨੇ ਉਹ ਸਮਝ ਆਏ ਆ। ਠੀਕ ਆ। ਸੋ ਬਾਕੀ ਇਹਦੇ ਨਾਲ ਰਿਲੇਟਿਡ ਜਿਹੜੇ ਨੇ ਸੈਪਰੇਟਿੰਗ ਟੈਕਨੀਕਸ ਨੇ, ਮਿਕਸਚਰ ਨੂੰ ਆਪਾਂ ਕਿੱਦਾਂ ਸੈਪਰੇਟ ਕਰਨਾ, ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਅੱਜ ਤੇ ਫਿਲਹਾਲ ਇੰਨਾ ਹੀ ਆ। ਸੋ ਆਪਣਾ ਹੋਮਵਰਕ ਡੇਲੀ ਜਿਹੜਾ ਵਾ ਉਹ ਮਤਲਬ ਹੁਣ ਤੁਹਾਡਾ ਹੋਮਵਰਕ ਇਹ ਆ ਇਹਦੇ ਵਿੱਚ ਕਿ ਤੁਸੀਂ ਜਿੰਨੇ ਵੀ ਚੈਪਟਰਸ ਹੈਗੇ ਆ, ਮੈਂ ਤੁਹਾਨੂੰ ਜਿੰਨੇ ਵੀ ਕਰਵਾਏ ਹੋਏ ਉਹਨਾਂ ਨੂੰ ਤੁਸੀਂ ਆਪਣੀ NCERT ਦੀ ਬੁੱਕ ਤੋਂ ਰੀਡ ਆਊਟ ਕਰਕੇ ਅਤੇ ਆਪਣੀ ਕਾਪੀ ਤੋਂ ਜਿਹੜੇ ਕੁਐਸਚਨ ਆਨਸਰਸ ਨੇ NCERT ਵਾਲੇ ਉਹ ਲਰਨ ਕਰਨੇ ਆ। ਠੀਕ ਆ। ਓਕੇ, ਥੈਂਕ ਯੂ ਸਟੂਡੈਂਟਸ।